सारे दोस्तां बजुर्गां मेहरबानां नूं सुल्तानी स्टूडियो की तरफों नज़ीर सुल्तानी दा सलाम। ते अज दास्तान पेश की जा रही है शहजादी मलूक। गा के सुना रहे ने लोक दास्ताना दे बादशाह सादक पट्टी बागमोड़ वाले। ते रिकॉर्डिंग कर रहे ने लाला जी। ते इस दास्तान दे लिखारी ने शायर नज़ीर सुल्तानी। ਇਹ ਖੜਕ ਪਹਾੜ ਸ਼ਹਿਰ ਦਾ ਵਾਕਿਆ ਹੈ। ਉੱਥੇ ਇੱਕ ਜ਼ਾਲਮ ਜਾਬਰ ਤੇ ਬੇਰਹਿਮ ਬਾਦਸ਼ਾਹ ਸੀ। ਉਹਦੀ ਇੱਕ ਬੇਟੀ ਸੀ ਜਿਹਦਾ ਨਾਮ ਸ਼ਹਿਜ਼ਾਦੀ ਸੀ। ਉਹ ਬੜੀ ਖੂਬਸੂਰਤ ਸੀ। ਜਿਹਦੀ ਉਹਦੇ ਉੱਤੇ ਨਜ਼ਰ ਪੈ ਜਾਂਦੀ ਸੀ ਉਹ ਵੇਖਦਾ ਰਹਿ ਜਾਂਦਾ ਸੀ। ਬੇਰਹਿਮ ਬਾਦਸ਼ਾਹ ਨੇ ਆਰਡਰ ਕੀਤਾ ਸੀ ਕਿ ਜਿਹੜਾ ਮੇਰੀ ਲੜਕੀ ਵੱਲੋਂ ਅੱਖ ਭਰ ਕੇ ਵੇਖੇਗਾ ਉਹਦੀਆਂ ਅੱਖਾਂ ਕੱਢੀਆਂ ਜਾਣਗੀਆਂ। ਇਸੇ ਵਾਸਤੇ ਕੋਈ ਵੀ ਸ਼ਹਿਜ਼ਾਦੀ ਵੱਲ ਅੱਖ ਭਰ ਕੇ ਨਹੀਂ ਸੀ ਵੇਖਦਾ। ਇੱਕ ਦਿਨ ਸ਼ਹਿਜ਼ਾਦੀ ਦਾ ਦਿਲ ਕੀਤਾ ਕਿ ਮੈਂ ਸੈਰ ਕਰਨ ਜਾਣਾ ਹੈ। ਪੁਰਾਣੇ ਵਕਤਾਂ ਵਿੱਚ ਸ਼ਹਿਜ਼ਾਦੀਆਂ ਡੋਲੀਆਂ ਤੇ ਬੱਗੀਆਂ ਵਿੱਚ ਬਹਿ ਕੇ ਸੈਰ ਕਰਨ ਜਾਂਦੀਆਂ ਸਨ। ਉਹ ਡੋਲੀ ਦੇ ਵਿੱਚ ਬਹਿ ਕੇ ਸੈਰ ਕਰਨ ਜਾਂਦੀ ਏ। ਉਹ ਡੋਲੀ ਦਾ ਪਰਦਾ ਠਾ ਕੇ ਵੇਖਦੀ ਏ ਇੱਕ ਜਾਲੀ ਲੜਕਾ ਪੱਥਰ ਤੇ ਬੈਠਾ ਬਾਂਸਰੀ ਵਜਾ ਰਿਹਾ ਹੈ। ਸ਼ਹਿਜ਼ਾਦੀ ਬਾਂਸਰੀ ਦੀ ਧੁਨ ਵਿੱਚ ਇੰਨੀ ਖੁੱਭ ਗਈ ਉਹਨੂੰ ਪਰਦਾ ਕਰਨਾ ਵੀ ਯਾਦ ਨਾ ਰਿਹਾ। ਜਾਲੀ ਲੜਕੇ ਦੀ ਸ਼ਹਿਜ਼ਾਦੀ ਤੇ ਨਜ਼ਰ ਪੈ ਗਈ। ਉਹਨੂੰ ਆਪਣੀਆਂ ਅੱਖਾਂ ਵਿੱਚ ਝਮਕਣੀਆਂ ਭੁੱਲ ਗਈਆਂ। ਤੇ ਲੜਕੇ ਦਾ ਨਾਮ ਮਲੂਕ ਸੀ। ਉਹਨੇ ਇੱਕ ਦੂਸਰੇ ਵੱਲ ਵੇਖਿਆ। ਉਹ ਸਾਰੀਆਂ ਪਾਬੰਦੀਆਂ ਭੁੱਲ ਕੇ ਉਹ ਇੱਕ ਦੂਸਰੇ ਦੇ ਦਿਲ ਵਿੱਚ ਉਤਰ ਗਏ। ਤੇ ਸਿਪਾਹੀਆਂ ਨੇ ਮਲੂਕ ਨੂੰ ਸ਼ਹਿਜ਼ਾਦੀ ਵੱਲ ਵੇਖਦਿਆਂ ਵੇਖ ਲਿਆ। ਤੇ ਮਲੂਕ ਨੂੰ ਸਿਪਾਹੀਆਂ ਨੇ ਫੜ ਲਿਆ ਤੇ ਉਹਨੂੰ ਬੜਾ ਮਾਰਿਆ। ਤੇ ਸਾਰਾ ਵਾਕਿਆ ਜਾ ਕੇ ਬਾਦਸ਼ਾਹ ਨੂੰ ਦੱਸਿਆ। ਇੰਨੀ ਗੱਲ ਸੁਣ ਕੇ ਬਾਦਸ਼ਾਹ ਗੁੱਸੇ ਦੇ ਨਾਲ ਲਾਲ ਪੀਲਾ ਹੋ ਗਿਆ ਤੇ ਸਿਪਾਹੀਆਂ ਨੂੰ ਹੁਕਮ ਦਿੱਤਾ ਕਿ ਉਸ ਜਾਲੀ ਨੂੰ ਪੈਰਾਂ ਵਿੱਚ ਬੇੜੀਆਂ ਗਲ ਵਿੱਚ ਸੰਗਲ ਪਾ ਕੇ ਮੇਰੇ ਪੇਸ਼ ਕਰੋ। ਤੇ ਮਲੂਕ ਨੂੰ ਹੱਥਾਂ ਵਿੱਚ ਹੱਥ ਕੜੀਆਂ ਤੇ ਪੈਰਾਂ ਵਿੱਚ ਬੇੜੀਆਂ ਪਾ ਕੇ ਉਹ ਲੈ ਆਉਂਦੇ ਨੇ ਤੇ ਬਾਦਸ਼ਾਹ ਨੂੰ ਕਤਲ ਕਰਨ ਦਾ ਹੁਕਮ ਦੇ ਦਿੰਦਾ। ਇੰਨੇ ਚਿਰ ਵਿੱਚ ਮਲੂਕ ਦੀ ਮਾਂ ਨੂੰ ਪਤਾ ਲੱਗਾ ਕਿ ਬਾਦਸ਼ਾਹ ਦੇ ਸਿਪਾਹੀ ਮੇਰੇ ਪੁੱਤਰ ਨੂੰ ਬੰਨ ਕੇ ਲੈ ਗਏ ਨੇ। ਉਹ ਰੋਂਦੀ ਤੇ ਕਿਰਲਾਂਦੀ ਬਾਦਸ਼ਾਹ ਦੇ ਮਹਿਲਾਂ ਵਿੱਚ ਪਹੁੰਚ ਜਾਂਦੀ ਏ। ਤੇ ਮਾਵਾਂ ਦੇ ਦਿਲ ਬੜੇ ਨਾਜ਼ੁਕ ਹੁੰਦੇ ਨੇ। ਤੇ ਸ਼ਾਇਰ ਲਿਖਦਾ ਹੈ ਤੇ ਉਹ ਕੀ ਲਿਖਦਾ ਹੈ? ਓ ਮਾਵਾਂ ਜੰਨਤ ਵਾਲੀਆਂ ਛਾਵਾਂ ਤੇ ਲਾਡ ਲਡਾਵਨ ਸਾਰੇ। ਕੋਈ ਨਾ ਕਹੇ ਯਤੀਮਾਂ ਤਾਈ ਤੂੰ ਆ ਫਰਜ਼ੰਦ ਪਿਆਰੇ। ਆ ਮਾਂ ਬਾਦਸ਼ਾਹ ਨਾਲ ਉੱਥੇ ਇੱਕ ਵਰਲਾਪ ਕਰਦੀ ਏ। ਸਾਦਕ ਪੱਟੀ ਦੱਸਦਾ ਹੈ ਮਾਂ ਕਿਹੜਾ ਵਰਲਾਪ ਕਰਦੀ ਏ। ਓ ਬੋਲੀ ਮਾਂ ਦਰਬਾਰ 'ਚ ਆ ਕੇ ਪੁੱਤ ਨਾ ਮਾਰੀ ਮੇਰਾ। ਇਹ ਮਾਸੂਮ ਬੇਗਨਾਈ ਕੀ ਗਵਾਇਆ ਏ ਤੇਰਾ। ਅਸਾਂ ਗਰੀਬਾਂ ਨਾਲ ਕੀ ਬਣਦਾ ਸ਼ਾਹ ਝਗੜਾ ਤੇਰਾ। ਇਹਦੇ ਬਾਝੋਂ ਜੱਗ ਜਹਾਨ ਤੇ ਨਹੀਂ ਸਹਾਰਾ ਮੇਰਾ। ਤੇ ਉੱਥੇ ਬਾਦਸ਼ਾਹ ਦੇ ਵਜ਼ੀਰ ਬਾਦਸ਼ਾਹ ਨੂੰ ਮਸ਼ਵਰਾ ਦਿੰਦੇ ਨੇ ਇਹਨੂੰ ਕਤਲ ਨਾ ਕੀਤਾ ਜਾਏ ਤੇ ਨਹੀਂ ਤੇ ਸ਼ਹਿਜ਼ਾਦੀ ਬਦਨਾਮ ਹੋ ਜਾਏਗੀ। ਬਾਦਸ਼ਾਹ ਸਿਪਾਹੀਆਂ ਨੂੰ ਹੁਕਮ ਦਿੰਦਾ ਹੈ ਉਹਨਾਂ ਮਾਂ ਪੁੱਤਰਾਂ ਨੂੰ ਧੱਕੇ ਦੇ ਕੇ ਮਹਿਲਾਂ ਵਿੱਚੋਂ ਬਾਹਰ ਕੱਢ ਦਿਓ। ਸਿਪਾਹੀਆਂ ਉਹਨਾਂ ਮਾਂ ਪੁੱਤਰਾਂ ਨੂੰ ਧੱਕੇ ਮਾਰ ਕੇ ਮਹਿਲ ਚੋਂ ਬਾਹਰ ਕੱਢ ਦਿੱਤਾ। ਤੇ ਮਲੂਕ ਦੀ ਮਾਂ ਮਲੂਕ ਨੂੰ ਲੈ ਕੇ ਚਲੀ ਜਾਂਦੀ ਏ। ਪਰ ਮਲੂਕ ਸ਼ਹਿਜ਼ਾਦੀ ਦੇ ਦਿਲ ਵਿੱਚ ਵਸ ਗਿਆ ਸੀ। ਅਗਲੇ ਦਿਨ ਸ਼ਹਿਜ਼ਾਦੀ ਚੋਰੀ ਚੋਰੀ ਮਲੂਕ ਨੂੰ ਮਿਲਣ ਵਾਸਤੇ ਜਾਂਦੀ ਏ। ਤੇ ਗੋਲੀ ਉਹਨੂੰ ਜਾਂਦਿਆਂ ਵੇਖ ਲੈਂਦੀ ਏ ਤੇ ਬਾਦਸ਼ਾਹ ਕੋਲ ਜਾ ਕੇ ਗੋਲੀ ਸ਼ਿਕਾਇਤ ਲਾਂਦੀ ਏ। ਆਦ ਉਧਰੋਂ ਸ਼ਹਿਜ਼ਾਦੀ ਮਲੂਕ ਕੋਲ ਜਾ ਕੇ ਤੇ ਮਲੂਕ ਨੂੰ ਕੀ ਕਹਿੰਦੀ ਏ। ਸਾਦਕ ਪੱਟੀ ਦੱਸਦਾ ਤੇ ਉਹ ਕੀ ਆਂਦੀ ਏ। ਤੂੰ ਮਲੂਕ ਮੇਰਾ ਦਿਲ ਜਾਨੀ ਤੇ ਪਿਆਰ ਕਰਾਂ ਮੈਂ ਤੈਨੂੰ। ਕਰ ਤੂੰ ਵਾਦਾ ਛੱਡ ਨਾ ਜਾਵੀਂ ਸੱਜਣਾ ਕਿਧਰੇ ਮੈਨੂੰ। ਕਹਿ ਮਲੂਕ ਮੈਂ ਆਜਜ਼ ਬੰਦਾ ਤੂੰ ਸ਼ਾਹਾਂ ਦੀ ਬੇਟੀ। ਆ ਨਾ ਜਾਨ ਸਿਪਾਹੀ ਤੇਰੇ ਤੂੰ ਚਲੀ ਜਾ ਛੇਤੀ। ਆ ਮਲੂਕ ਸ਼ਹਿਜ਼ਾਦੀ ਨੂੰ ਆਂਦਾ ਆ ਨਾ ਜਾਨ ਸਿਪਾਹੀ ਤੇਰੇ ਤੂੰ ਚਲੀ ਜਾ ਛੇਤੀ। ਤੇ ਸ਼ਹਿਜ਼ਾਦੀ ਕੀ ਕਹਿੰਦੀ ਏ। ਓ ਜੀਣਾ ਮਰਨਾ ਤੇਰੇ ਦਮ ਨਾਲ ਮੈਂ ਤੇ ਵੱਖ ਨਹੀਂ ਹੋਣਾ। ਜਿਹੜਾ ਖੁੱਲਾ ਦਰ ਨੈਣਾ ਦਾ ਕਦੀ ਨਹੀਂ ਇਹਨੂੰ ਢੋਣਾ। ਸ਼ਹਿਜ਼ਾਦੀ ਦੀ ਇੰਨੀ ਗੱਲ ਸੁਣ ਕੇ ਤੇ ਮਲੂਕ ਉੱਥੇ ਕੀ ਆਂਦਾ ਹੈ। ਕਹਿ ਮਲੂਕੇ ਪਿਆਰ
ਵਾਪਸ ਆਉਂਦਾ ਨਿਕਲੇ ਜਦ ਕਮਾਨੋ। ਇੰਨੀਆਂ ਗੱਲਾਂ ਹੋ ਰਹੀਆਂ ਨੇ ਤੇ ਬਾਦਸ਼ਾਹ ਦੇ ਸਿਪਾਹੀ ਉੱਥੇ ਆ ਜਾਂਦੇ ਨੇ ਤੇ ਮਲੂਕ ਨੂੰ ਮਾਰ ਕੇ ਧਮੋਇਆ ਕਰਕੇ ਜੰਗਲ ਵਿੱਚ ਸੱਟ ਆਉਂਦੇ ਨੇ। ਸ਼ਹਿਜ਼ਾਦੀ ਨੂੰ ਨਾਲ ਲੈ ਕੇ ਮਹਿਲਾਂ ਵਿੱਚ ਵਾਪਸ ਆ ਜਾਂਦੇ ਨੇ। ਉਧਰੋਂ ਜੰਗਲ ਵਿੱਚ ਇੱਕ ਅੱਲਾ ਦਾ ਫਕੀਰ ਕਿੰਗ ਵਜਾਂਦਾ ਆ ਰਿਹਾ ਹੈ ਤੇ ਉਹ ਅੱਲਾ ਹੀ ਅੱਲਾ ਕਰਦਾ ਹੁੰਦਾ ਹੈ ਤੇ ਸਾਦਿਕ ਭੱਟੀ ਦੱਸਦਾ ਹੈ ਫਕੀਰ ਅੱਲਾ ਦਾ ਕੀ ਆਂਦਾ ਹੈ। ਅੱਲਾ ਹੀ ਅੱਲਾ ਬੋਲ ਤੂੰ ਬੰਦਿਆ, ਅੱਲਾ ਹੀ ਅੱਲਾ ਬੋਲ, ਅੱਲਾ ਹੀ ਅੱਲਾ ਬੋਲ ਤੂੰ ਬੰਦਿਆ, ਅੱਲਾ ਹੀ ਅੱਲਾ ਬੋਲ। ਜਿੰਨੂੰ ਲੱਭਣਾ ਜੰਗਲਾਂ ਦੇ ਵਿੱਚ, ਜਿੰਨੂੰ ਲੱਭਣਾ ਜੰਗਲਾਂ ਦੇ ਵਿੱਚ ਉਹ ਬੈਠਾ ਹੀ ਤੇਰੇ ਕੋਲ। ਅੱਲਾ ਹੀ ਅੱਲਾ ਬੋਲ ਤੂੰ ਬੰਦਿਆ, ਅੱਲਾ ਹੀ ਅੱਲਾ ਬੋਲ। ਇੰਨੇ ਚਿਰ ਵਿੱਚ ਉਸ ਬਾਬੇ ਦੀ ਮਲੂਕ ਤੇ ਨਜ਼ਰ ਪੈ ਜਾਂਦੀ ਏ। ਉਹਨੂੰ ਚੁੱਕ ਕੇ ਕੁੱਲੀ ਵਿੱਚ ਲੈ ਜਾਂਦਾ ਤੇ ਉਹਦਾ ਇਲਾਜ ਕਰਦਾ ਤੇ ਬਾਬੇ ਨੇ ਉਹਨੂੰ ਪੁੱਛਿਆ ਪੁੱਤਰਾ ਤੈਨੂੰ ਕਿੰਨੇ ਮਾਰਿਆ ਹੈ ਤੇ ਮਲੂਕ ਬਾਬੇ ਜੀ ਰਮ ਦੱਸਦਾ ਹੈ ਤੇ ਸਾਦਿਕ ਭੱਟੀ ਪੇਸ਼ ਕਰ ਰਿਹਾ ਹੈ ਤੇ ਉਹ ਕਿਸ ਤਰ੍ਹਾਂ ਦੱਸਦਾ ਹੈ। ਉਹ ਪਿਆਰ ਕਰਾਂ ਮੈਂ ਸ਼ਹਿਜ਼ਾਦੀ ਨੂੰ, ਬਾਬਾ ਜੁਰਮੇ ਮੇਰਾ, ਤਾਈਂ ਆਨ ਸਿਪਾਹੀਆਂ ਮੈਨੂੰ ਬਾਬਾ ਪਾਇਆ ਏ ਘੇਰਾ। ਆਦੋ ਤੇ ਬਾਬੇ ਜੀ ਹਰੀ ਮਲੂਕ ਨੂੰ ਕੀ ਕਹਿੰਦੇ ਨੇ, ਸਦਾ ਹੀ ਆਸ਼ਕਾਂ ਦੇ ਨਾਲ ਦੁਨੀਆ ਇਹ ਸਲੂਕ ਨੇ ਕੀਤੇ, ਦੇਂਦੇ ਜਿਗਰ ਦੇ ਜ਼ਖਮੋਂ ਹਮੇਸ਼ਾ ਕਿਸੇ ਨੇ ਆਣ ਕੇ ਸੀਤੇ। ਇਸੇ ਲਈ ਤੇ ਜ਼ਹਿਰ ਪਿਆਲੇ ਆਸ਼ਕਾਂ ਭਰ ਪੀਤੇ, ਦੱਸਦੇ ਨਹੀਂ ਏ ਹੋਰ ਕਿਸੇ ਨੂੰ ਜੋ ਦਿਲਾਂ ਤੇ ਬੀਤੇ। ਉਹ ਦੱਸਦੇ ਨਹੀਂ ਏ ਹੋਰ ਕਿਸੇ ਨੂੰ ਜੋ ਦਿਲਾਂ ਤੇ ਬੀਤੇ। ਕੁਝ ਦਿਨਾਂ ਬਾਅਦ ਬਾਦਸ਼ਾਹ ਸ਼ਹਿਜ਼ਾਦੀ ਦੀ ਸ਼ਾਦੀ ਸ਼ੁਰੂ ਕਰਦਾ ਹੈ। ਉਧਰੋਂ ਮਲੂਕ ਨੂੰ ਪਤਾ ਲੱਗਾ ਕਿ ਸ਼ਹਿਜ਼ਾਦੀ ਦੀ ਸ਼ਾਦੀ ਹੋਣ ਲੱਗੀ ਏ। ਆ ਕੇ ਮਹਿਲਾਂ ਦੇ ਹੇਠਾਂ ਬੈਂਸਰੀ ਵਜਾਂਦਾ। ਆਦ ਉਧਰੋਂ ਬੈਂਸਰੀ ਦਾ ਆਵਾਜ਼ ਸ਼ਹਿਜ਼ਾਦੀ ਦੇ ਕੰਨਾਂ ਵਿੱਚ ਪੈਂਦਾ ਹੈ ਤੇ ਸ਼ਹਿਜ਼ਾਦੀ ਸ਼ਾਦੀ ਦੇ ਲਿਬਾਸ ਸਣੇ ਮਹਿਲਾਂ ਵਿੱਚੋਂ ਭੱਜ ਆਉਂਦੀ ਏ ਤੇ ਮਲੂਕ ਕੋਲ ਆ ਜਾਂਦੀ ਏ। ਉਧਰੋਂ ਬਾਦਸ਼ਾਹ ਨੂੰ ਪਤਾ ਲੱਗ ਜਾਂਦਾ ਹੈ। ਬਾਦਸ਼ਾਹ ਗੁੱਸੇ ਨਾਲ ਖੂਨਖਾਰ ਹੋ ਕੇ ਤੇ ਬੜੇ ਗੁੱਸੇ ਨਾਲ ਸਿਪਾਹੀਆਂ ਨਾਲ ਲੈ ਕੇ ਮਲੂਕ ਦੇ ਮਗਰ ਆ ਜਾਂਦੇ ਨੇ। ਮਲੂਕ ਤੇ ਸ਼ਹਿਜ਼ਾਦੀ ਖੜਕ ਪਹਾੜ ਦੇ ਪਿੱਛੇ ਲੁਕ ਜਾਂਦੇ ਨੇ। ਬਾਦਸ਼ਾਹ ਉਹਨਾਂ ਨੂੰ ਲੱਭਦਾ ਥੱਕ ਹਾਰ ਕੇ ਵਾਪਸ ਆ ਜਾਂਦਾ ਹੈ। ਆਦੇ ਮਲੂਕ ਸ਼ਹਿਜ਼ਾਦੀ ਨੂੰ ਲੈ ਕੇ ਜੰਗਲ ਵਿੱਚ ਨੱਸਾ ਜਾਂਦਾ ਹੈ। ਅੱਗੋਂ ਇੱਕ ਸ਼ਹਿਜ਼ਾਦਾ ਆ ਰਿਹਾ ਹੈ ਜਿਹਦਾ ਨਾਂ ਤਮੂਰ ਸੀ। ਉਹ ਆਪਣੇ ਘੋੜੇ ਉੱਤੇ ਬੈਠਾ ਸ਼ਿਕਾਰ ਖੇਡਦਾ ਉਧਰੋਂ ਲੰਘਦਾ ਹੈ। ਉਹਨੇ ਵੇਖਿਆ ਇੱਕ ਸ਼ਹਿਜ਼ਾਦੀ ਸ਼ਾਦੀ ਵਾਲੇ ਕੱਪੜਿਆਂ ਦੇ ਵਿੱਚ ਹੀਰੇ ਮੋਤੀ ਲਾਲ ਜਵਾਹਰ ਕੱਪੜਿਆਂ ਤੇ ਲੱਗੇ ਨੇ। ਇੱਕ ਜਾਲੀ ਜਿਹਦੇ ਮੈਲੇ ਕਚੈਲੇ ਕੱਪੜੇ ਨੇ ਉਹਦੇ ਨਾਲ ਭੱਜੀ ਜਾ ਰਹੀ ਏ। ਉਹ ਸ਼ਹਿਜ਼ਾਦੇ ਨੇ ਉਹਨਾਂ ਨੂੰ ਪੁੱਛਿਆ ਤੁਸੀਂ ਕੌਣ ਹੋ ਤੇ ਕਿੱਥੇ ਭੱਜੇ ਜਾਂਦੇ ਹੋ। ਸ਼ਹਿਜ਼ਾਦੀ ਕਹਿਣ ਲੱਗੀ ਮੈਂ ਖੜਕ ਪਹਾੜ ਦੇ ਬਾਦਸ਼ਾਹ ਦੀ ਬੇਟੀ ਹਾਂ। ਮੇਰਾ ਨਾਂ ਸ਼ਹਿਜ਼ਾਦੀ ਏ ਤੇ ਇਹਦਾ ਨਾਮ ਮਲੂਕ ਏ। ਮੈਂ ਇਹਦੇ ਨਾਲ ਪਿਆਰ ਕਰਨੀ ਆ। ਮੇਰਾ ਜ਼ਾਲਮ ਬਾਪ ਇਹਦਾ ਦੁਸ਼ਮਣ ਏ, ਇਸ ਲਈ ਮੇਰੀ ਸ਼ਾਦੀ ਕਿਸੇ ਹੋਰ ਨਾਲ ਕਰਨ ਲੱਗਾ ਸੀ। ਮੈਂ ਮਲੂਕ ਨਾਲ ਸ਼ਾਦੀ ਕਰਨਾ ਚਾਹਨੀ ਆ। ਉਹ ਸ਼ਹਿਜ਼ਾਦਾ ਉਹ ਚੂਨ ਦੇ ਬਾਦਸ਼ਾਹ ਦਾ ਪੁੱਤਰ ਸੀ। ਉਹਦੇ ਬਾਪ ਤੇ ਖੜਕ ਪਹਾੜ ਦੇ ਬਾਦਸ਼ਾਹ ਦੀ ਪੁਰਾਣੀ ਦੁਸ਼ਮਣੀ ਸੀ। ਸ਼ਹਿਜ਼ਾਦੇ ਸੋਚਿਆ ਭਈ ਖੜਕ ਪਹਾੜ ਦੇ ਬਾਦਸ਼ਾਹ ਕੋਲੋਂ ਬਦਲਾ ਲੈਣ ਵਾਸਤੇ ਬੜਾ ਚੰਗਾ ਮੌਕਾ ਮਿਲਿਆ ਹੈ। ਮਲੂਕ ਤੇ ਸ਼ਹਿਜ਼ਾਦੀ ਨੂੰ ਆਪਣੇ ਬਾਪ ਕੋਲ ਲੈ ਜਾਂਦਾ ਹੈ। ਉਹ ਚੂਨ ਦਾ ਬਾਦਸ਼ਾਹ ਲੜਕੀ ਕੋਲੋਂ ਪੁੱਛਦਾ ਹੈ ਤੇ ਸ਼ਹਿਜ਼ਾਦੀ ਉਹਨੂੰ ਸਾਰਾ ਵਾਕਿਆ ਦੱਸਦੀ ਏ। ਤਾਂ ਕਿਵੇਂ ਦੱਸਦੀ ਏ? ਸ਼ਾਇਰ ਨਜ਼ੀਰ ਸੁਲਤਾਨੀ ਲਿਖਦਾ ਹੈ, ਸਾਦਿਕ ਭੱਟੀ ਪੇਸ਼ ਕਰਦਾ ਹੈ ਜੋ ਕੀ ਕਹਿੰਦੀ ਏ। ਮੈਂ ਮਲੂਕ ਨੂੰ ਪਿਆਰ ਹਾਂ ਕਰਦੀ, ਬਾਪ ਨਹੀਂ ਮੰਨਦਾ ਮੇਰਾ, ਇਸੇ ਲਈ ਤੇ ਨਸ ਕੇ ਆ ਗਏ ਫੌਜਾਂ ਪਾਇਆ ਘੇਰਾ। ਉਤੋਂ ਕੱਢ ਲਿਆ ਸ਼ਾਹ ਸਾਨੂੰ ਪੁੱਤਰ ਤੇਰਾ, ਅਸੀਂ ਮਾਸੂਮ ਤੇ ਆਸ਼ਿਕ ਦੋਏ ਕਰਨਿਆ ਤਰਲਾ ਤੇਰਾ। ਸ਼ਾਦੀ ਤੂੰ ਕਰਵਾ ਦੇ ਸਾਡੀ, ਤੇਰਾ ਸ਼ਾਨ ਵਧੇਰਾ। ਮੈਨੂੰ ਬਾਜ ਮਲੂਕ ਤੇ ਲੱਗਦਾ ਹਰ ਥਾਂ ਪਿਆ ਹਨੇਰਾ। ਕਹਿਣ ਲੱਗਾ ਉਹ ਬਾਦਸ਼ਾਹ ਬੱਚਾ ਕਰਨਾ
ਫਿਕਰ ਤੂੰ ਭੋਰਾ, ਮੈਂ ਵੀ ਜਾਣਦਾ ਬਾਪ ਤੇਰੇ ਨੂੰ ਬੜਾ ਏ ਗਰਮੀ ਖੋਰਾ। ਸ਼ਾਦੀ ਮੈਂ ਕਰਵਾਵਾਂ ਤੇਰੀ, ਕਰਾਂ ਮੈਂ ਹੱਥੀ ਟੋਰਾ, ਤੇਰੇ ਸਿਰ ਤੇ ਬੈਠਾ ਵਾਂ ਮੈਂ, ਤੈਨੂੰ ਕਾਹਦਾ ਏ ਝੋਰਾ। ਕੋਚੂਨ ਦੇ ਬਾਦਸ਼ਾਹ ਨੇ ਮਲੂਕ ਤੇ ਸ਼ਹਿਜ਼ਾਦੀ ਦੀ ਸ਼ਾਦੀ ਕਰਵਾ ਦਿੱਤੀ ਤੇ ਉਹ ਆਪਣੇ ਕਾਸਦ ਨੂੰ ਕਹਿੰਦਾ, ਜਾ ਖੜਕ ਪਹਾੜ ਦੇ ਬਾਦਸ਼ਾਹ ਨੂੰ ਮੇਰਾ ਪੈਗਾਮ ਦੇ, ਆਖ ਜਾ ਕੇ ਤੇਰੀ ਧੀ ਤੇ ਜਵਾਈ ਮੇਰੇ ਕੋਲ ਨੇ, ਜੇ ਤੂੰ ਇਹਨਾਂ ਨੂੰ ਹਾਸਲ ਕਰਨਾ ਚਾਹਨਾ ਹੈ ਮੇਰੀ ਬਾਦਸ਼ਾਹੀ ਦਾ ਹੋਇਆ ਹਿੱਸਾ ਮੈਨੂੰ ਵਾਪਸ ਕਰ ਦੇ। ਤੇ ਕਾਸਦ ਰੁਕਾ ਲੈ ਕੇ ਜਾਂਦਾ ਹੈ। ਰੁਕਾ ਪੜ ਕੇ ਖੜਕ ਪਹਾੜ ਦਾ ਬਾਦਸ਼ਾਹ ਗੁੱਸੇ ਨਾਲ ਲਾਲ ਪੀਲਾ ਹੋ ਜਾਂਦਾ ਹੈ। ਤੋ ਕੋਚੂਨ ਦੇ ਬਾਦਸ਼ਾਹ ਨੂੰ ਇੱਕ ਖਤ ਲਿਖਦਾ ਹੈ। ਜੋ ਕੀ ਕਹਿੰਦਾ ਹੈ, ਸਾਲਕ ਪੱਟੀ ਪੇਸ਼ ਕਰਦਾ ਹੈ। ਜੋ ਕੀ ਲਿਖਦਾ ਹੈ, ਪੜ ਕੇ ਖਤ ਕੋਚੂਨ ਦੇ ਸ਼ਾਹ ਦਾ ਗੁੱਸੇ ਦੇ ਵਿੱਚ ਆਇਆ, ਦੇਵਾਂ ਤੈਨੂੰ ਖੋਇਆ ਹਿੱਸਾ ਕੀ ਤੂੰ ਏ ਫਰਮਾਇਆ, ਕਰਕੇ ਸ਼ਾਦੀ ਇਹਨਾਂ ਦੀ ਤੂੰ ਕੀ ਏ ਜ਼ੁਲਮ ਕਮਾਇਆ, ਕਰ ਤਿਆਰੀ ਜੰਗ ਦੀ ਸ਼ਾਹ ਮੈਂ ਫੌਜਾਂ ਲੈ ਕੇ ਆਇਆ। ਆ ਖਤ ਦੇ ਵਿੱਚ ਲਿਖਿਆ, ਮਲੂਕ ਤੇ ਸ਼ਹਿਜ਼ਾਦੀ ਨੂੰ ਮੇਰੇ ਹਵਾਲੇ ਕਰ ਦੇ, ਇਹਦੇ ਜੰਗ ਦੀ ਤਿਆਰੀ ਕਰ ਲੈ। ਆ ਤੇ ਕਾਸਦ ਖਤ ਲੈ ਕੇ ਵਾਪਸ ਜਾਂਦਾ ਹੈ ਤੇ ਕੋਚੂਨ ਦੇ ਬਾਦਸ਼ਾਹ ਨੂੰ ਜਾ ਕੇ ਖਤ ਦਿੰਦਾ ਹੈ। ਕੋਚੂਨ ਦਾ ਬਾਦਸ਼ਾਹ ਉਹਨੂੰ ਕੀ ਜਵਾਬ ਦਿੰਦਾ ਹੈ, ਕਹਿੰਦਾ ਤੂੰ ਏ ਜ਼ਾਲਮ ਭਾਰੀ, ਮੈਂ ਨਹੀਂ ਤੇਥੋਂ ਡਰਦਾ, ਜੇ ਤੂੰ ਐਡਾ ਚੰਗਾ ਹੁੰਦਾ ਨਿਕਾਹ ਦੋਵਾਂ ਦਾ ਕਰਦਾ, ਇਸ਼ਕ ਕਮਾਵਣ ਵਾਲਿਆਂ ਦੇ ਨਾਲ ਜ਼ੁਲਮ ਨਾ ਇਹਨਾਂ ਕਰਦਾ, ਮੈਂ ਤੇ ਤੇਰੀ ਧੀ ਦਾ ਬਾਦਸ਼ਾਹ ਰੱਖ ਲਿਆ ਈ ਪਰਦਾ, ਉਹ ਤੇਰੇ ਵਰਗਾ ਜ਼ਾਲਮ ਹੁੰਦਾ ਸਿਰ ਕਲਮ ਚਾ ਕਰਦਾ, ਦੇਖ ਕੇ ਹੱਥੀ ਟੋਰੇ ਇਹਨਾਂ ਨੂੰ ਜੋ ਤੇ ਤੋਏ ਸਰਦਾ। ਇੰਨੀਆਂ ਗੱਲਾਂ ਹੋ ਰਹੀਆਂ ਨੇ। ਉਧਰੋਂ ਖੜਕ ਪਹਾੜ ਦਾ ਬਾਦਸ਼ਾਹ ਆਪਣੀਆਂ ਫੌਜਾਂ ਲੈ ਕੇ ਚੜ੍ਹਾਈ ਕਰ ਦਿੰਦਾ ਹੈ। ਉਧਰੋਂ ਕੋਚੂਨ ਦਾ ਬਾਦਸ਼ਾਹ ਆਪਣੀਆਂ ਫੌਜਾਂ ਲੈ ਕੇ ਉਹ ਵੀ ਮੈਦਾਨ ਵਿੱਚ ਆ ਜਾਂਦਾ ਹੈ। ਤੇ ਸਿਆਣੇ ਕਹਿੰਦੇ ਨੇ, ਲੜਨਾ ਹੋਵੇ ਤੇ ਆਪ ਪਿੱਛੇ ਭੱਜ ਕੇ ਨਾ ਕਦੀ ਜਾਈਏ, ਆਉਣ ਵਾਲੇ ਦਾ ਇੰਤਜ਼ਾਰ ਕਰੀਏ। ਇਸ ਤਰ੍ਹਾਂ ਆਉਣ ਵਾਲੀਆਂ ਫੌਜਾਂ ਦੀ ਹਿੰਮਤ ਟੁੱਟ ਜਾਂਦੀ ਏ ਤੇ ਤਾਜ਼ਾ ਫੌਜਾਂ ਉਹਨਾਂ ਉੱਤੇ ਚੜ੍ਹਾਈ ਕਰ ਦਿੰਦੀਆਂ ਨੇ। ਤੇ ਉੱਥੇ ਵੀ ਇੰਜ ਹੀ ਹੋਇਆ, ਕੋਚੂਨ ਦੀਆਂ ਫੌਜਾਂ ਖੜਕ ਪਹਾੜ ਦੀਆਂ ਫੌਜਾਂ ਨੂੰ ਭਜਾ ਦਿੰਦੀਆਂ ਨੇ। ਤੇ ਕੋਚੂਨ ਦਾ ਬਾਦਸ਼ਾਹ ਖੜਕ ਪਹਾੜ ਦੇ ਬਾਦਸ਼ਾਹ ਨੂੰ ਕੈਦ ਕਰ ਲੈਂਦਾ ਹੈ। ਤੇ ਕੋਚੂਨ ਦਾ ਬਾਦਸ਼ਾਹ ਆਪਣੇ ਸਿਪਾਹੀਆਂ ਨੂੰ ਕਹਿੰਦਾ ਹੈ, ਇਹਨੂੰ ਮੇਰੇ ਪੇਸ਼ ਕਰੋ। ਆ ਤੇ ਸਿਪਾਹੀ ਖੜਕ ਪਹਾੜ ਦੇ ਬਾਦਸ਼ਾਹ ਨੂੰ ਕੋਚੂਨ ਦੇ ਬਾਦਸ਼ਾਹ ਅੱਗੇ ਪੇਸ਼ ਕਰਦੇ ਨੇ। ਕੋਚੂਨ ਦਾ ਬਾਦਸ਼ਾਹ ਖੜਕ ਪਹਾੜ ਦੇ ਬਾਦਸ਼ਾਹ ਦਾ ਸਿਰ ਲਾਹੁਣ ਦਾ ਹੁਕਮ ਦੇ ਦਿੰਦਾ ਹੈ। ਖੜਕ ਪਹਾੜ ਦੇ ਬਾਦਸ਼ਾਹ ਦੀ ਧੀ ਸ਼ਹਿਜ਼ਾਦੀ ਕੋਚੂਨ ਦੇ ਬਾਦਸ਼ਾਹ ਅੱਗੇ ਇੱਕ ਹਾੜਾ ਕਰਦੀ, ਜੋ ਕਿਵੇਂ ਕਰਦੀ ਏ। ਪੈਰੀ ਪੈ ਕੇ ਸ਼ਹਿਜ਼ਾਦੀ ਨੇ ਸ਼ਾਹ ਨੂੰ ਅਰਜ਼ ਸੁਣਾਈ, ਮੈਂ ਮਲੂਕ ਦੀ ਖਾਤਰ ਅਰਸ਼ੋਂ ਧਰਤੀ ਉੱਤੇ ਆਈ, ਮੇਰਾ ਮਲੂਕ ਤੇ ਮਾਇਆ ਦੀ ਜੋੜੀ ਰੱਬ ਰਲਾਈ, ਤੇਰੇ ਉੱਤੇ ਤਵਾਰ ਮੈਂ ਕੀਤਾ ਮੈਲ ਤੇਰੇ ਵਿੱਚ ਆਈ, ਭਾਵੇਂ ਜ਼ਾਲਮੇ ਬਾਪ ਮੇਰਾ ਤੇ ਮੈਂ ਇਹਦੀ ਆ ਜਾਈ, ਛੱਡ ਦੇ ਮੇਰਾ ਬਾਪੇ ਸ਼ਾਹ ਪਾ ਮੇਰੇ ਗਲ ਪਾਈ, ਜੇ ਤੂੰ ਬਾਬਲ ਮੇਰਾ ਬਣ ਕੇ ਸ਼ਾਦੀ ਏ ਕਰਾਈ, ਤੇ ਦੇ ਬਾਪ ਮੇਰੇ ਦੀ ਸ਼ਾਹੀ ਨਾਲ ਛੱਡ ਸੁਪਾਈ। ਕੋਚੂਨ ਦਾ ਬਾਦਸ਼ਾਹ ਬੜਾ ਰਹਿਮ ਦਿਲ ਸੀ। ਉਹਨੇ ਸ਼ਹਿਜ਼ਾਦੀ ਦੀ ਗੱਲ ਸੁਣ ਕੇ ਖੜਕ ਪਹਾੜ ਦੀ ਬਾਦਸ਼ਾਹੀ ਉਹਦੇ ਹਵਾਲੇ ਕਰ ਦਿੱਤੀ। ਇਹ ਸਾਰਾ ਕੁਝ ਵੇਖ ਕੇ ਖੜਕ ਪਹਾੜ ਦਾ ਬਾਦਸ਼ਾਹ ਬੜਾ ਸ਼ਰਮਿੰਦਾ ਹੋਇਆ ਤੇ ਉਹਨੇ ਸ਼ਹਿਜ਼ਾਦੀ ਤੇ ਮਲੂਕ ਨੂੰ ਸੀਨੇ ਨਾਲ ਲਾ ਲਿਆ। ਉਹਨਾਂ ਨੂੰ ਆਪਣੇ ਮਹਿਲ ਵਿੱਚ ਲੈ ਗਿਆ ਤੇ ਮਲੂਕ ਆਪਣੀ ਮਾਂ ਨੂੰ ਮਹਿਲਾਂ ਵਿੱਚ ਲੈ ਆਉਂਦਾ ਹੈ। ਖੜਕ ਪਹਾੜ ਦੇ ਬਾਦਸ਼ਾਹ ਨੇ ਮਲੂਕ ਦੀ ਮਾਂ ਕੋਲੋਂ ਵੀ ਮਾਫੀ ਮੰਗੀ। ਖੜਕ ਪਹਾੜ ਦਾ ਬਾਦਸ਼ਾਹ ਮਰਨ ਲੱਗਾ ਤੇ ਆਪਣੀ ਬਾਦਸ਼ਾਹੀ ਮਲੂਕ ਦੇ ਹਵਾਲੇ ਕਰ ਦਿੱਤੀ ਤੇ
ਤੇ ਉਹ ਖੁਸ਼-ਖੁਸ਼ ਰਹਿਣ ਲੱਗ ਪਏ। ਇਹ ਸੀ ਸਾਡੀ ਅੱਜ ਦੀ ਕਹਾਣੀ ਸ਼ਹਿਜ਼ਾਦੀ ਤੇ ਮਲੂਕ। ਮੈਨੂੰ ਉਮੀਦ ਹੈ ਸਾਡੇ ਦੋਸਤਾਂ ਨੂੰ ਪਸੰਦ ਆਈ ਹੋਏਗੀ। ਇਹਦੇ ਨਾਲ ਹੀ ਲਾਲਾ ਜੀ, ਸਾਦਕ ਭੱਟੀ ਤੇ ਸ਼ਾਇਰ ਨਜ਼ੀਰ ਸੁਲਤਾਨੀ ਨੂੰ ਸੁਲਤਾਨੀ ਸਟੂਡੀਓ ਦੀ ਤਰਫੋਂ ਇਜਾਜ਼ਤ ਦਿਓ। ਅੱਲਾ ਬੇ।